ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਆਲਰੇਡੀ GS2 ਦੇ ਪੇਪਰ ਦੀ ਐਨਾਲਿਸਿਸ ਅਤੇ ਸਿਲੇਬਸ ਦੇਖ ਚੁੱਕੇ ਹਾਂ। ਆਪਾਂ ਆਪਣੀ ਸੋਰਸਿਸ ਵੀ ਡਿਸਕਸ ਕੀਤੀਆਂ ਸੀ ਕਿ ਆਪਾਂ GS2 ਦੀ ਪ੍ਰੈਪਰੇਸ਼ਨ ਲਈ ਕਿਹੜੀ ਸੋਰਸਿਸ ਰੱਖਣੀਆਂ ਨੇ। ਅੱਜ ਦਾ ਸੈਸ਼ਨ ਸਪੈਸੀਫਿਕਲੀ GS2 ਦੇ ਪ੍ਰੀਵੀਅਸ ਈਅਰ ਕੁਐਸਚਨ ਮੇਨਸ ਦੇ ਆਪਾਂ ਐਨਾਲਾਈਜ਼ ਕਰਾਂਗੇ। ਅਤੇ ਇੱਕ ਚੀਜ਼ ਮੈਂ ਹੋਰ ਕਲੈਰੀਫਾਈ ਕਰਦਾ, ਆਪਣੀ ਜਿਹੜੀ ਪੰਜਾਬ PCS ਦੀ ਮੇਨਸ ਦੀ ਸੀਰੀਜ਼ ਹੈ ਉਹਦੀ ਵੀਡੀਓਜ਼ ਪੰਜਾਬੀ ਦੇ ਵਿੱਚ ਆਉਂਦੀਆਂ ਰਹਿਣਗੀਆਂ, ਲੇਕਿਨ ਨਾਲ ਆਪਣੇ ਚੈਨਲ 'ਤੇ ਕੁਝ ਕੰਟੈਂਟ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਵੀ ਆਪਾਂ ਪਾਵਾਂਗੇ, ਤਾਂ ਕਿ ਜਿਹੜੇ ਬੱਚਿਆਂ ਨੂੰ ਪੰਜਾਬੀ ਘੱਟ ਆਉਂਦੀ ਹੈ ਜਾਂ ਨਹੀਂ ਆਉਂਦੀ ਉਹ ਵੀ ਇਸ ਚੈਨਲ ਤੋਂ ਕੁਛ ਨਾ ਕੁਛ ਸਿੱਖ ਪਾਉਣ। ਤਾਂ ਹੁਣ ਆਪਾਂ ਦੇਖੀਏ, ਜਿਹੜਾ ਆਪਣਾ GS2 ਦਾ ਪਹਿਲਾ ਸੈਕਸ਼ਨ ਹੈ ਇੰਡੀਅਨ ਕੌਂਸਟੀਟਿਊਸ਼ਨ ਅਤੇ ਪੋਲਿਟੀ ਦਾ, ਇਹਦੇ 'ਚੋਂ ਕਿਵੇਂ ਦੇ ਕੁਐਸਚਨਸ ਆਉਂਦੇ ਨੇ। ਹੁਣ ਇਹਦੇ 'ਚ ਜਿਵੇਂ ਪਹਿਲਾ ਕੁਐਸਚਨ ਹੈ ਕਿ ਮੋਰ ਨੰਬਰ ਆਫ ਕੌਂਸਟੀਟਿਊਸ਼ਨਲ ਅਮੈਂਡਮੈਂਟਸ were carried out because of political necessity than constitutional need। ਹੁਣ ਆਪਾਂ ਨੂੰ ਇਹ ਤਾਂ ਸਭ ਨੂੰ ਪਤਾ ਹੁੰਦਾ ਹੈ ਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਆਪਣੀ ਆਰਟੀਕਲ 368 ਦੇ ਅੰਡਰ ਹੈ, ਸਪੈਸ਼ਲ ਮੈਜੋਰਟੀ ਹੈ, ਸਿੰਪਲ ਮੈਜੋਰਿਟੀ ਹੈ, ਲੇਕਿਨ ਹੁਣ ਇਹਦੇ 'ਚ ਪੁੱਛਿਆ ਪੋਲੀਟੀਕਲ ਨੈਸੈਸਿਟੀ ਅਤੇ ਕੌਂਸਟੀਟਿਊਸ਼ਨਲ ਨੀਡ। ਹੁਣ ਇਹਦੀ ਅੰਡਰਸਟੈਂਡਿੰਗ ਹੋਣਾ ਜ਼ਰੂਰੀ ਹੈ ਕਿ ਕੌਂਸਟੀਟਿਊਸ਼ਨਲ ਨੀਡ ਕੀ ਹੁੰਦਾ। ਆਪਣੀ ਕੌਂਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਦੀ ਪ੍ਰੋਵੀਜ਼ਨ ਇਸ ਲਈ ਪਾਈ ਗਈ ਹੈ ਕਿਉਂਕਿ ਆਪਣੀ ਸੁਸਾਇਟੀ ਇਵੈਂਚੁਅਲੀ ਇਵੋਲਵ ਕਰਦੀ ਹੈ, ਹੌਲੀ ਹੌਲੀ ਉਹ ਚੇਂਜ ਹੁੰਦੀ ਹੈ ਅਤੇ ਉਹ ਚੇਂਜ ਨੂੰ ਅਕੋਮੋਡੇਟ ਕਰਨ ਵਾਸਤੇ ਅਮੈਂਡਮੈਂਟ ਪਾਈ ਗਈ ਹੈ। ਲੇਕਿਨ ਆਪਾਂ ਇਹਨੂੰ ਕੰਪੇਅਰ ਕਰਨਾ ਹੈ ਪੋਲੀਟੀਕਲ ਨੈਸੈਸਿਟੀ ਦੇ ਨਾਲ ਵੀ। ਜਿਵੇਂ ਫਸਟ ਆਪਣੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ ਉਹ ਲੈਂਡ ਰਿਫੋਰਮਸ ਨੂੰ ਲਿਆਉਣ ਕਰਕੇ ਲਈ ਆਪਾਂ ਕੀਤੀ ਸੀ, ਹੁਣ ਇੱਕ ਪੋਲੀਟੀਕਲ ਮੂਵ ਸੀ। ਇੱਦਾਂ ਹੀ 42nd ਅਮੈਂਡਮੈਂਟ। ਲੇਕਿਨ ਕੌਂਸਟੀਟਿਊਸ਼ਨਲ ਨੀਡ ਜਿਵੇਂ ਹੁਣ ਆਪਾਂ ਕਹੀਏ ਕਿ 106 ਆਪਣੀ ਜਿਹੜੀ ਅਮੈਂਡਮੈਂਟ ਹੈ ਵਿਮਨ ਰਿਜ਼ਰਵੇਸ਼ਨ ਵਾਲੀ, ਉਹਨੂੰ ਆਪਾਂ ਕੌਂਸਟੀਟਿਊਸ਼ਨਲ ਨੀਡ ਵੀ ਕਹਿ ਸਕਦੇ ਹਾਂ ਅਤੇ ਪੋਲੀਟੀਕਲ ਨੈਸੈਸਿਟੀ ਵੀ ਕਹਿ ਸਕਦੇ ਹਾਂ। ਤਾਂ ਇੱਦਾਂ ਆਪਾਂ ਕਾਫੀ ਆਰਗੂਮੈਂਟਸ ਲਿਖਣੇ ਨੇ, ਬੈਲੈਂਸ ਕਰਕੇ ਆਪਣਾ ਆਨਸਰ ਦੇਵਾਂਗੇ। ਹੁਣ ਸੈਕਿੰਡ ਜਿਹੜਾ ਕੁਐਸਚਨ ਹੈ, ਆਲ ਕੌਂਸਟੀਟਿਊਸ਼ਨਲ ਹੇਅਰਸ ਆਫ ਦਾ ਪਾਸਟ ਐਜ਼ ਵੈਲ ਐਜ਼ ਟੈਸਟੇਟਰਸ ਆਫ ਦਾ ਫਿਊਚਰ। ਹੁਣ ਹੇਅਰਸ ਆਫ ਪਾਸਟ ਦਾ ਮਤਲਬ ਕੀ ਹੋਇਆ ਕਿ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਪਾਸਟ ਵਾਲੀਆਂ ਚੀਜ਼ਾਂ 'ਚ ਕੰਟੀਨਿਊਟੀ ਦਿਖਾਈ ਹੈ। ਆਪਾਂ ਟੌਪਿਕ ਪੜ੍ਹਦੇ ਹਾਂ ਸਿਲੇਬਸ ਦੇ ਵਿੱਚ ਦਿੱਤਾ ਹੋਇਆ, ਇਹਦੇ ਵਿੱਚ ਹਿਸਟੋਰੀਕਲ ਅੰਡਰਪਾਈਨਿੰਗਸ ਵੀ ਕਿਵੇਂ ਆਪਣੀ ਕੌਂਸਟੀਟਿਊਸ਼ਨ ਬਣੀ ਹੈ। ਇੱਦਾਂ ਹੀ ਉਹ ਕਹਿੰਦੇ ਨੇ ਕਿ ਸਾਰੀਆਂ ਕੌਂਸਟੀਟਿਊਸ਼ਨਸ, ਆਪਾਂ ਇੰਡੀਅਨ ਕੌਂਸਟੀਟਿਊਸ਼ਨ ਦਾ ਐਗਜ਼ਾਮਪਲ ਦੇ ਸਕਦੇ ਹਾਂ ਇਹਦੇ ਵਿੱਚ ਵੀ, ਜਿਵੇਂ ਆਪਣੀ ਫੈਮਿਲਿਅਰਿਟੀ ਸੀਗੀ ਪਾਰਲੀਮੈਂਟਰੀ ਸਿਸਟਮ ਦੇ ਨਾਲ। ਤਾਂ ਇਸ ਕਰਕੇ ਆਪਾਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨੂੰ ਪ੍ਰੈਫਰ ਕੀਤਾ ਸੀ। ਆਪਣੇ ਵਿੱਚ ਕਿਤੇ ਨਾ ਕਿਤੇ ਆਪਾਂ ਮਲਟੀ ਕਲਚਰਲ ਸੁਸਾਇਟੀ ਹਾਂ, ਮਲਟੀ ਰਿਲੀਜੀਅਸ ਹਾਂ, ਤਾਂ ਆਪਾਂ ਸੈਕੂਲਰਿਜ਼ਮ ਨੂੰ ਅਡੋਪਟ ਕੀਤਾ। ਟੈਸਟੇਟਰਸ ਆਫ ਫਿਊਚਰ ਦਾ ਹੁਣ ਮਤਲਬ ਕੀ ਹੈ ਇਹਦੇ ਵਿੱਚ ਵੀ, ਟੈਸਟੇਟਰਸ ਆਫ ਫਿਊਚਰ, ਟੈਸਟੇਟਰ ਹੁੰਦਾ ਕਿ ਕਿਸੇ ਬੰਦੇ ਨੇ ਆਪਣੀ ਵਿਲ ਬਣਾਈ ਹੈ ਕਿ ਅੱਗੇ ਵਸੀਅਤ ਵੀ, ਅੱਗੇ ਕੀ ਹੋਊਗਾ, ਕਿਵੇਂ ਹੋਏਗਾ। ਤਾਂ ਮਤਲਬ ਫਿਊਚਰ ਦੇ ਵਿੱਚ ਆਪਣੀ ਕੀ ਡਾਇਰੈਕਸ਼ਨ ਹੋਣੀ ਚਾਹੀਦੀ ਹੈ, ਕਿ ਇੱਕ ਡਾਇਰੈਕਸ਼ਨ ਵੀ ਦਿੰਦੀ ਹੈ ਇਹ ਅੱਗੇ, ਅਤੇ ਇਹ ਚੀਜ਼ ਨੂੰ ਆਪਾਂ ਜਸਟੀਫਾਈ ਕਰਨਾ ਅਤੇ ਐਕਸਪਲੇਨ ਕਰਨਾ। ਹੁਣ ਇਹ ਦੇਖੋ, ਇੰਡੀਅਨ ਕੌਂਸਟੀਟਿਊਸ਼ਨ 'ਤੇ ਜਦੋਂ ਬਰੋਡ ਕੁਐਸਚਨ ਆਉਂਦਾ ਹੈ ਨਾ, ਤਾਂ ਉਹ ਇੱਦਾਂ ਡਾਇਰੈਕਟ ਨਹੀਂ ਪੁੱਛਣਗੇ ਵੀ ਕਿਸੇ ਟੌਪਿਕ ਤੋਂ ਚੱਕ ਲਿਆ ਜਾਂ ਤੁਹਾਡੀ ਬੁੱਕ 'ਚ ਦਿੱਤਾ ਹੋਇਆ। ਇਹਦੀ ਤੁਹਾਨੂੰ ਇੱਕ ਅੰਡਰਸਟੈਂਡਿੰਗ ਚਾਹੀਦੀ ਹੈ ਅਤੇ ਆਪਣੀ ਨੌਲੇਜ ਦੇ ਨਾਲ ਹੀ ਲਿਖਿਆ ਜਾਊਗਾ ਆਨਸਰ। ਇਸੇ ਕਰਕੇ ਮੈਂ ਕਹਿੰਦਾ ਕਿ ਸਿਰਫ ਇੱਕ ਸਪੈਸੀਫਿਕ ਕੋਈ ਬੁੱਕ ਪੜ੍ਹ ਕੇ ਨਹੀਂ ਇਹ ਚੀਜ਼ਾਂ ਆਉਣੀਆਂ। ਕੁਛ ਟੌਪਿਕਸ ਮੀਨਸ ਦੇ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਦੀ ਜਿੰਨੀ ਤੁਸੀਂ ਜ਼ਿਆਦਾ ਪ੍ਰੈਕਟਿਸ ਕਰੋਗੇ ਲਿਖਣ ਦੀ, ਜਾਂ ਪ੍ਰੀਵੀਅਸ ਈਅਰਾਂ ਨੂੰ ਦੇਖੋਗੇ, ਉਹਨਾਂ ਦੇ ਮੋਡਲ ਆਨਸਰ ਸਟੱਡੀ ਕਰੋਗੇ, ਉਹ ਤਾਂ ਹੀ ਲਿਖੇ ਜਾਣਗੇ। ਹੁਣ ਅੱਗੇ ਦੇਖੀਏ ਤਾਂ ਪ੍ਰੀਐਂਬਲ ਦਾ ਕੁਐਸਚਨ 2 ਵਾਰੀ ਆਇਆ। ਪ੍ਰੀਐਂਬਲ 'ਚ ਹੁਣ ਉਹਨਾਂ ਨੇ ਪੁੱਛਿਆ ਕਿ ਆਪਣੀ ਪ੍ਰੀਐਂਬਲ ਦੇ ਵਿੱਚ ਵੀ ਕੀ ਹੈ। ਜਿਵੇਂ ਬੋਲਦੇ ਹਾਂ ਨਾ, ਵੀ ਦ ਪੀਪਲ ਆਫ ਇੰਡੀਆ ਹੈਵਿੰਗ, ਅੱਗੇ ਆਪਾਂ ਪੂਰਾ ਆਪਣਾ ਪ੍ਰੀਐਂਬਲ ਹੈ। ਹੁਣ ਇਹ ਵੀ ਕੀ ਹੈ, ਇਹ ਕੌਣ ਹੈ, ਵਾਈ, ਕਿਉਂ ਗੱਲ ਕੀਤੀ ਗਈ ਹੈ, ਕਿਉਂਕਿ ਆਪਾਂ ਵੇਅਰ ਡਜ਼ ਦਾ ਕੌਂਸਟੀਟਿਊਸ਼ਨ ਡਰੋ ਇਟਸ ਪਾਵਰ ਫਰੋਮ, ਪੀਪਲ ਆਫ ਇੰਡੀਆ। ਤਾਂ ਉਹ ਚੀਜ਼ ਬਾਰੇ ਦੇਖੋ ਪੁੱਛਿਆ। ਹੁਣ ਪ੍ਰੀਐਂਬਲ ਇਜ਼ ਦ ਕੀ ਟੂ ਓਪਨ ਦ ਮਾਈਂਡਸ ਆਫ ਦ ਮੇਕਰਸ, ਇਹ ਵੀ ਇੱਕ ਸਟੇਟਮੈਂਟ ਹੈ। ਇਹ ਦੇਖੋ, ਜਿਹੜੇ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋ ਰਹੀ ਹੈ ਜਾਂ ਪ੍ਰੀਐਂਬਲ ਦੀ ਗੱਲ ਹੋ ਰਹੀ ਹੈ, ਇਹਨਾਂ ਦੇ ਉੱਤੇ ਨਾ ਕਿਸੇ ਨੇ ਕਮੈਂਟ ਕੀਤਾ ਹੋਇਆ, ਕੋਟੇਸ਼ਨਸ ਨੇ, ਕਿਸੇ ਬੰਦੇ ਨੇ ਇੰਡੀਅਨ ਕੌਂਸਟੀਟਿਊਸ਼ਨ ਸਟੱਡੀ ਕੀਤੀ, ਜਾਂ ਕਿਸੇ ਆਪਣੇ ਸੁਪਰੀਮ ਕੋਰਟ ਦੇ ਜੱਜਿਸ ਨੇ, ਉਹਨਾਂ ਨੇ ਕੁਛ ਕਿਹਾ, ਤਾਂ ਉਹਨਾਂ ਦੇ ਕੋਟੇਸ਼ਨਸ ਤੋਂ ਹੀ ਕਈ ਵਾਰ ਕੁਐਸਚਨਸ ਬਣ ਜਾਂਦੇ ਨੇ। ਹੁਣ ਪ੍ਰੀਐਂਬਲ ਇਜ਼ ਦਾ ਕੀ ਟੂ ਓਪਨ ਦਾ ਮਾਈਂਡ। ਕੀ ਟੂ ਓਪਨ ਦਾ ਮਾਈਂਡ ਕੀ ਹੋਇਆ ਕਿ ਉਹਨਾਂ ਨੇ ਸਿੰਪਲੀਫਾਈ ਕਰਕੇ ਦੱਸਤਾ ਸੀਗਾ ਕਿ ਦੇਖੋ ਆਪਣਾ ਜਿਹੜਾ ਕੌਂਸਟੀਟਿਊਸ਼ਨ ਆ ਉਹਦਾ ਓਬਜੈਕਟਿਵ ਕੀ ਹੈ। ਆਪਾਂ ਇਕੁਐਲਿਟੀ ਰੱਖਣੀ ਹੈ, ਆਪਾਂ ਜਸਟਿਸ ਲੈ ਕੇ ਆਉਣਾ ਸੁਸਾਇਟੀ ਦੇ ਵਿੱਚ, ਆਪਾਂ ਫੈਟਰਨਿਟੀ ਕ੍ਰੀਏਟ ਕਰਨੀ ਹੈ। ਤਾਂ ਇਹ ਓਬਜੈਕਟਿਵ ਹੈ। ਅਤੇ ਕਿਤੇ ਨਾ ਕਿਤੇ ਪ੍ਰੀਐਂਬਲ ਇਹ ਦੱਸਦਾ ਕਿ ਆਪਣੇ ਜਿਹੜੇ ਕੌਂਸਟੀਟਿਊਸ਼ਨਲ ਫੋਰਫਾਦਰ ਸੀਗੇ ਉਹਨਾਂ ਦੇ ਮਾਈਂਡ 'ਚ ਚੱਲ ਕੀ ਰਿਹਾ ਸੀਗਾ।
ਹੁਣ ਅੱਗੇ ਜੇ ਆਪਾਂ ਦੇਖਦੇ ਹਾਂ ਕੁਐਸਚਨ ਆਇਆ ਹੋਇਆ ਦੇਖੋ ਸੈਕੂਲਰਿਜ਼ਮ 'ਤੇ। ਹੁਣ ਸੈਕੂਲਰਿਜ਼ਮ 'ਤੇ ਕੁਐਸਚਨ ਉਦੋਂ ਆਇਆ ਸੀ ਨੇਚਰ ਐਂਡ ਸਕੋਪ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ। ਵੈਸਟਰਨ ਮਾਡਲ ਹੋ ਗਿਆ ਅਤੇ ਇੰਡੀਅਨ ਮਾਡਲ ਹੋ ਗਿਆ, ਕਿਵੇਂ ਡਿਫਰੈਂਟ ਨੇ ਅਤੇ ਕਿਵੇਂ ਆਪਣੀ ਨੇਸ਼ਨ ਸਟੇਟ ਨੂੰ ਇਫੈਕਟ ਕਰਦਾ। ਵੀ ਜਿਵੇਂ ਆਪਣਾ ਇੰਡੀਅਨ ਮਾਡਲ ਦੇ ਵਿੱਚ ਸਟੇਟ ਦਾ ਜਿਹੜਾ ਰੋਲ ਹੈ ਉਹ ਜ਼ਿਆਦਾ ਹੈ, ਉਹ ਇੰਟਰਫੇਅਰ ਕਰ ਸਕਦੀ ਹੈ, ਅਤੇ ਉਹ ਕਿਵੇਂ ਇਹਨਾਂ ਦਾ ਇੰਟਰਲੇਸ਼ਨ ਹੈ ਉਹ ਕੁਐਸਚਨ ਪੁੱਛਿਆ ਗਿਆ। ਹੁਣ ਦੇਖੋ ਸੈਕੂਲਰਿਜ਼ਮ 'ਤੇ ਫਿਰ ਕੁਐਸਚਨ ਰਿਪੀਟ ਹੋਇਆ। ਹੁਣ ਇਹਦੇ 'ਚ ਇਹਨਾਂ ਨੇ ਪੁੱਛਿਆ ਹੋਇਆ ਮੈਜੋਰਿਟੀ ਅਤੇ ਮਾਈਨੋਰਿਟੀ ਦਾ ਕਿਵੇਂ ਰੋਲ ਹੈ, ਕਿਵੇਂ ਮੈਜੋਰਿਟੀ ਨੂੰ ਆਪਣਾ ਜਿਹੜਾ ਆਈਡੀਆ ਮਾਈਨੋਰਿਟੀ 'ਤੇ ਨਹੀਂ ਇੰਪੋਜ਼ ਕਰਨਾ ਚਾਹੀਦਾ, ਅਤੇ ਮਾਈਨੋਰਿਟੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਸਿਰਫ ਆਪਣਾ ਨੈਰੋ ਐਸਪੈਕਟ ਨਹੀਂ ਸੋਚਣਾ, ਮੈਂ ਨੇਸ਼ਨ ਐਜ਼ ਅ ਹੋਲ ਸੋਚਣਾ ਹੈ। ਤਾਂ ਉਹਦੀ ਡਿਸਕਸ਼ਨ 'ਤੇ ਕੁਐਸਚਨ ਹੈ। ਫਿਰ ਉਸ ਤੋਂ ਬਾਅਦ ਦੇਖੋ ਫਰੀਡਮਸ 'ਤੇ ਆਪਣੇ ਕੁਐਸਚਨ ਆਇਆ, ਫੰਡਾਮੈਂਟਲ ਰਾਈਟਸ ਨੇ ਨਾ, ਫਰੀਡਮ ਆਫ ਸਪੀਚ 'ਤੇ ਕੁਐਸਚਨ ਆਇਆ ਹੋਇਆ, ਰਾਈਟ ਅ ਸ਼ਾਰਟ ਨੋਟ। ਅੱਜ ਫਰੀਡਮ ਆਫ ਸਪੀਚ 'ਤੇ ਆਇਆ। ਹੁਣ ਰੀਸੈਂਟਲੀ ਆਪਣੀ ਰਾਈਟ ਟੂ ਪ੍ਰਾਈਵੇਸੀ ਹੈ ਜਿਹੜੀ, ਉਹ ਆਰਟੀਕਲ 21 ਦੇ ਅੰਡਰ ਆਪਣੀ ਐਕਸਪੈਂਡ ਹੋਈ ਹੈ, ਤਾਂ ਕੁਐਸਚਨ ਰਾਈਟ ਟੂ ਪ੍ਰਾਈਵੇਸੀ 'ਤੇ ਆ ਸਕਦਾ। ਤਾਂ ਆਪਾਂ ਕਰੰਟ ਵਾਲੀਆਂ ਚੀਜ਼ਾਂ ਵੀ ਧਿਆਨ ਰੱਖਣੀਆਂ ਨੇ ਵੀ ਇਹ ਟੌਪਿਕਸ 'ਚੋਂ ਕਿਹੜੇ ਆ ਸਕਦੇ ਨੇ। ਹੁਣ ਆਰਟੀਕਲ 19 'ਤੇ ਕੁਐਸਚਨ ਆਇਆ ਹੋਇਆ ਕਿ ਕਿਵੇਂ ਇੰਡੀਵਿਜੂਅਲ ਫਰੀਡਮ ਅਤੇ ਸੋਸ਼ਲ ਕੰਟਰੋਲ 'ਤੇ ਹੈ। ਹੁਣ ਮੂਵਮੈਂਟ ਵਾਲੀ ਗੱਲ ਹੈ, ਜਿਵੇਂ ਆਪਣੀ 144 ਲੱਗਦੀ ਹੈ ਜਦ, ਉਦੋਂ ਤੁਹਾਡੀ ਫਰੀਡਮ ਕਿਤੇ ਨਾ ਕਿਤੇ ਕਰਬ ਹੋ ਜਾਂਦੀ ਹੈ ਕਿ ਤੁਸੀਂ ਇਕੱਠ ਨਹੀਂ ਕਰ ਸਕਦੇ, ਵੈਸੇ ਆਪਣੇ ਕੋਲ ਰਾਈਟ ਟੂ ਮੂਵਮੈਂਟ ਹੈ। ਤਾਂ ਉਹ ਬੈਲੈਂਸ ਹੈ, ਕਿਉਂਕਿ ਕੌਨਸਟੀਟਿਊਸ਼ਨ ਦੇ ਵਿੱਚ ਰੀਜ਼ਨੇਬਲ ਜਿਹੜੇ ਆਪਣੀ ਰਿਸਟ੍ਰਿਕਸ਼ਨਸ ਨੇ ਉਹ ਦਿੱਤੀਆਂ ਹੋਈਆਂ ਨੇ। ਆਪਣੀ ਫੰਡਾਮੈਂਟਲ ਰਾਈਟਸ ਆਰ ਨਾਟ ਐਬਸੋਲੂਟ। ਹੁਣ ਅੱਗੇ ਆਪਣਾ ਕੁਐਸਚਨ ਆ ਜਾਂਦਾ, ਦੇਖੋ ਫਿਰ ਅਮੈਂਡਮੈਂਟ 'ਤੇ ਕੁਐਸਚਨ ਹੈ, ਆਰਟੀਕਲ 368 ਦਾ ਨੇਚਰ ਐਂਡ ਸਕੋਪ, ਵੀ ਕੀ ਅਮੈਂਡ ਹੋ ਸਕਦਾ। ਹੁਣ ਨੇਚਰ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਵਿੱਚ ਕਿਹੜਾ ਪ੍ਰੋਸੀਜਰ ਹੈ। ਹੁਣ ਸਕੋਪ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਬੇਸਿਕ ਸਟਰਕਚਰ ਡਾਕਟਰੀਨ ਦੀ, ਕਿ ਕਿਵੇਂ ਸਾਰਾ ਕੁਛ ਨਹੀਂ ਆਪਾਂ ਅਮੈਂਡ ਕਰ ਸਕਦੇ, ਅਤੇ ਇਹ ਜ਼ਰੂਰੀ ਵੀ ਹੋ ਜਾਂਦਾ। ਦੇਖੋ 2015 'ਚ ਆਇਆ ਸੀ ਕੁਐਸਚਨ, ਲੇਕਿਨ ਇਹੀ ਡਿਸਕਸ਼ਨ ਅੱਜ ਵੀ ਰੈਲੇਵੈਂਟ ਹੀ ਹੈ, ਸਪੈਸ਼ਲੀ ਬੇਸਿਕ ਸਟਰਕਚਰ ਡਾਕਟਰੀਨ ਦੀ। ਤਾਂ ਹੁਣ ਸਿਗਨੀਫੀਕੈਂਸ ਆਫ ਆਰਟੀਕਲ ਆਪਣਾ 13 ਕਲੌਜ਼ 2 ਜੁਡੀਸ਼ੀਅਲ ਰਿਵਿਊ 'ਤੇ ਕੁਐਸਚਨ ਹੈ। ਇਹਨੂੰ ਵੀ ਦੁਬਾਰਾ ਕੁਐਸਚਨ ਬੇਸਿਕ ਸਟਰਕਚਰ ਨਾਲ ਆਪਾਂ ਲਿੰਕ ਕਰਕੇ ਪੜ੍ਹ ਸਕਦੇ ਹਾਂ। ਫਿਰ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਜਿਹੜਾ ਬਾਰ-ਬਾਰ ਮੀਨਸ ਰਿਪੀਟ ਹੁੰਦਾ GS2 'ਚ, ਉਹ ਹੈਗਾ ਫੈਡਰਲਿਜ਼ਮ ਦਾ ਟੌਪਿਕ। ਇਹ ਆਲਮੋਸਟ ਦੇਖੋ ਹਰ ਸਾਲ ਇਹ ਕੁਐਸਚਨ ਆਇਆ ਹੀ ਹੋਇਆ, ਇੱਕ ਕੁਐਸਚਨ ਫੈਡਰਲਿਜ਼ਮ 'ਤੇ। ਕਦੀ ਇਹ ਪੁੱਛ ਲੈਂਦੇ ਨੇ ਕਿ ਆਪਣੇ ਬੇਸਿਕ ਫੀਚਰਸ ਕੀ ਨੇ ਕੌਨਸਟੀਟਿਊਸ਼ਨ ਦੇ ਫੈਡਰਲ ਪ੍ਰਿੰਸੀਪਲ ਦੇ ਵਿੱਚ, ਕਦ ਸਟਰੋਂਗ ਸੈਂਟਰ ਹੈ, ਜਿਵੇਂ ਆਪਾਂ ਪੜ੍ਹਦੇ ਹਾਂ ਕਿ ਯੂਨਿਟਰੀ ਬਾਇਸ ਹੈ। ਕਦੀ ਇਹ ਕੁਐਸਚਨ ਪੁੱਛਦੇ ਨੇ ਮੇਜਰ ਇਸ਼ੂਜ਼ ਦੇ। ਹੁਣ ਇਸ਼ੂਜ਼ ਕਿਹੜੇ ਆਪਣੇ ਹੋ ਸਕਦੇ ਨੇ, ਹੁਣ ਲੈਜਿਸਲੇਟਿਵ ਇਸ਼ੂਜ਼ ਨੇ, ਵੀ ਜਿਵੇਂ ਸੈਂਟਰ ਸਟੇਟ ਦੇ ਵਿੱਚ ਕਿਹੜਾ ਸਬਜੈਕਟ ਹੈ ਡਿਵਾਈਡਡ ਹੈ, ਜਿਵੇਂ ਐਗਰੀਕਲਚਰ ਹੈ, ਕਿਵੇਂ ਉਹਨਾਂ ਨੇ ਹੁਣ ਫਾਰਮ ਲਾਜ਼ ਬਣਾਤੇ ਸੀਗੇ ਲੇਕਿਨ ਸਟੇਟ ਦੀ ਰੈਜ਼ਿਸਟੈਂਸ ਸੀਗੀ। ਫਿਰ ਉਸ ਤੋਂ ਬਾਅਦ ਐਗਜ਼ੀਕਿਊਟਿਵ ਦਾ ਕੁਐਸਚਨ ਆ ਜਾਂਦਾ, ਐਗਜ਼ੀਕਿਊਟਿਵ ਦੇ ਵਿੱਚ ਗਵਰਨਰ ਦਾ ਇਸ਼ੂ ਹੁੰਦਾ। ਆਪਣਾ ਆਲ ਇੰਡੀਆ ਸਰਵਿਸਿਜ਼ ਨੇ ਉਹਨਾਂ ਦਾ ਕੁਐਸਚਨ ਆ ਜਾਂਦਾ। ਫਿਰ ਆਪਣੇ GST ਦਾ ਇਸ਼ੂ ਰਹਿੰਦਾ, ਇਹਦੇ ਵਿੱਚ ਨੀਟ ਦਾ ਇਸ਼ੂ ਹੈ। ਤਾਂ ਜੋ ਕਰੰਟ ਵਾਲੇ ਕੁਛ ਇਸ਼ੂਜ਼ ਨੇ ਉਹ ਵੀ ਆਪਾਂ ਮੈਂਸ਼ਨ ਕਰਨੇ ਨੇ, ਅਤੇ ਅਟੈਂਪਟ ਕਰਨਾ ਹੈ ਕੁਐਸਚਨ ਨੂੰ। ਫਿਰ ਉਸ ਤੋਂ ਬਾਅਦ ਕੁਆਜ਼ੀ ਫੈਡਰਲ ਕਿਉਂ ਕਿਹਾ ਜਾਂਦਾ, ਉਹ ਆਪਾਂ ਉਹੀ ਡਿਸਕਸ ਕੀਤਾ ਕਿ ਯੂਨਿਟਰੀ ਬਾਇਸ ਹੈ, ਇਸ਼ੂਜ਼ ਨੇ। ਫਿਰ ਕੰਸੈਪਟ ਆਫ ਕੋਆਪਰੇਟਿਵ ਫੈਡਰਲਿਜ਼ਮ, ਕਿ ਕਿਵੇਂ ਆਪਾਂ ਰਲ ਕੇ ਕੰਮ ਕਰ ਰਹੇ ਹਾਂ। ਇੰਡੀਅਨ ਮਾਡਲ ਆਫ ਕੋਆਪਰੇਟਿਵ ਫੈਡਰਲਿਜ਼ਮ, ਇਹਦੇ 'ਚ ਐਗਜ਼ਾਮਪਲਸ ਕਿਵੇਂ ਦੇ ਸਕਦੇ ਹਾਂ ਆਪਾਂ, ਜਿਵੇਂ ਆਪਣੀ ਨੀਤੀ ਆਯੋਗ ਹੈ, ਉਹਦੇ ਵਿੱਚ ਸਟੇਟਸ ਇਕੱਠੀਆਂ ਆਉਂਦੀਆਂ ਨੇ। ਫਿਰ ਉਹ ਤੋਂ ਬਾਅਦ ਆਪਣਾ GST ਹੈ, GST ਵਿੱਚ ਕਿਵੇਂ ਸੈਂਟਰ ਅਤੇ ਸਟੇਟ ਨੇ ਆਪਣੀਆਂ ਪਾਵਰਸ ਥੋੜ੍ਹੀਆਂ ਟੈਕਸੇਸ਼ਨ ਦੀਆਂ ਦੇਤੀਆਂ, ਇੱਕ ਦੂਜੇ ਨੂੰ ਰਿਲੈਕਸੇਸ਼ਨ ਦਿੱਤੀ, ਅਤੇ ਕੰਬਾਈਨ ਹੋ ਕੇ GST ਇੰਪਲੀਮੈਂਟ ਕਰ ਰਹੇ ਨੇ। ਤਾਂ ਕੋਆਪਰੇਸ਼ਨ ਕਿਵੇਂ ਸ਼ੋਅ ਹੋ ਰਹੀ ਹੈ। ਆਪਾਂ ਉੱਪਰ ਦੇਖੋ ਟੈਨਸ਼ਨਸ 'ਤੇ ਕੁਐਸਚਨ ਸੀਗਾ, ਇੱਥੇ ਕੋਆਪਰੇਸ਼ਨ 'ਤੇ ਕੁਐਸਚਨ ਹੈ। ਫਿਰ ਸੈਪਰੇਸ਼ਨ ਆਫ ਪਾਵਰ ਇੱਕ ਇੰਪੋਰਟੈਂਟ ਕੁਐਸਚਨ ਹੈ ਇੱਥੇ। ਸੈਪਰੇਸ਼ਨ ਆਫ ਪਾਵਰ 'ਤੇ ਕਿਉਂ ਕੁਐਸਚਨ ਆ ਜਾਂਦਾ ਕਿ ਕਿਵੇਂ ਆਪਣੀ ਜਿਵੇਂ ਜੁਡੀਸ਼ਰੀ ਹੈ, ਜੁਡੀਸ਼ਰੀ 'ਚ ਕੀ ਹੁੰਦਾ, ਹੁਣ ਜੱਜਿਸ ਅਪੋਇੰਟ ਜੱਜਿਸ, ਤਾਂ ਉਹ ਸੈਪਰੇਸ਼ਨ ਆਫ ਪਾਵਰ ਕਿਤੇ ਨਾ ਕਿਤੇ ਡਾਇਲਿਊਟ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਐਗਜ਼ੀਕਿਊਟਿਵ ਹੈ ਉਹ ਆਪਣਾ ਪਾਰਲੀਮੈਂਟ 'ਚੋਂ ਹੀ ਡਰਾ ਹੁੰਦਾ, ਮਤਲਬ ਲੈਜਿਸਲੇਟਿਵ 'ਚੋਂ ਹੀ ਆਉਂਦੇ ਨੇ। ਤਾਂ ਜਿਹੜੀ ਉਹ ਹੈ ਆਪਣਾ ਸੈਪਰੇਸ਼ਨ ਆਫ ਪਾਵਰ ਇੰਨੀ ਸਟ੍ਰਿਕਟ ਨਹੀਂ ਹੈ, ਵਾਟਰ ਟਾਈਟ ਨਹੀਂ ਹੈ ਇੰਡੀਆ ਦੇ ਵਿੱਚ। US ਦੇ ਵਿੱਚ ਵਾਟਰ ਟਾਈਟ ਹੈ, ਆਪਣੀ ਚੈੱਕ ਐਂਡ ਬੈਲੈਂਸ 'ਤੇ ਚੱਲਦੀ ਹੈ। ਫਿਰ ਕੁਐਸਚਨ ਦੇਖੋ ਪਾਰਲੀਮੈਂਟ 'ਤੇ ਰਿਪੀਟ ਹੋਇਆ। ਹੁਣ ਤੇ ਪਾਰਲੀਮੈਂਟ 'ਤੇ ਸਿਮਿਲਰ ਜਿਹਾ ਹੀ ਕੁਐਸਚਨ ਹੈ, ਥੀਮ ਤੁਹਾਨੂੰ ਪਤਾ ਲੱਗ ਰਿਹਾ। ਦੇਖੋ ਪ੍ਰੀਵੀਅਸ ਈਅਰ ਕੁਐਸਚਨਸ ਕਿੰਨੇ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਦੇਖ ਸਿਮਿਲਰ ਜਿਹਾ ਕੁਐਸਚਨ ਹੈ, ਮੇਜਰ ਹਿੰਡਰੈਂਸ ਇਨ ਫੰਕਸ਼ਨਿੰਗ, ਇਵੈਲੂਏਟ ਦਾ ਰੋਲ ਆਫ ਇੰਡੀਅਨ ਪਾਰਲੀਮੈਂਟ, ਵਾਸ਼ਿੰਗ ਆਊਟ ਆਫ ਪਾਰਲੀਮੈਂਟਰੀ ਸੈਸ਼ਨਸ। ਇਹ ਥੋੜ੍ਹਾ ਸਪੈਸੀਫਿਕ ਹੋ ਗਿਆ, ਇਹ ਥੋੜ੍ਹੇ ਬਰੋਡ ਸਿਮਿਲਰ ਕੁਐਸਚਨ ਨੇ ਵੀ ਕੀ ਇਸ਼ੂਜ਼ ਨੇ। ਆਪਾਂ ਨੂੰ ਵੀ ਪਤਾ ਨੇ ਕਿ ਉਹਨਾਂ ਦੇ ਸੈਸ਼ਨਸ ਦੀ ਲੈਂਥ ਸ਼ਾਰਟ ਹੋ ਰਹੀ ਹੈ, ਪਾਰਲੀਮੈਂਟਰੀ ਕਮੇਟੀਜ਼ ਨੇ ਜਿਹੜੀਆਂ ਉਹਨਾਂ ਨੂੰ ਬਿੱਲ ਨਹੀਂ ਰੈਫਰ ਹੋ ਰਹੇ। ਫਿਰ ਉਸ ਤੋਂ ਬਾਅਦ ਵਾਕਆਊਟਸ ਹੋ ਰਹੇ ਨੇ। ਇਹ ਸਾਰਾ ਕੁਛ ਹੈ ਜਿਹੜੇ ਪੁਆਇੰਟਸ ਆਪਾਂ ਇਹ ਕੁਐਸਚਨ 'ਚ ਲਿਖ ਸਕਦੇ ਹਾਂ। ਹੁਣ ਇਹ ਕਿਤੇ ਆਪਾਂ ਡਾਇਰੈਕਟਲੀ ਕਿਸੇ ਬੁੱਕ 'ਚ ਨਹੀਂ ਪੜ੍ਹਾਂਗੇ,
ਇਹ ਆਪਣੇ ਕਰੰਟ ਤੋਂ ਜਾਂ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਆਪਣੀ ਉਹਨਾਂ ਤੋਂ ਬਿਲਡਅਪ ਹੁੰਦੇ ਰਹਿੰਦੀ ਹੈ ਅੰਡਰਸਟੈਂਡਿੰਗ। ਆ ਫੰਕਸ਼ਨਸ ਆਫ ਪਾਰਲੀਮੈਂਟ 'ਤੇ ਹੈ। ਹੁਣ ਇਹ ਡਿਫੈਕਸ਼ਨ ਦਾ ਇਸ਼ੂ ਚੱਲਦਾ ਹੀ ਰਹਿੰਦਾ, ਜਿਹਨੂੰ ਆਪਾਂ ਹਾਰਸ ਟ੍ਰੇਡਿੰਗ ਵੀ ਕਹਿ ਦਿੰਦੇ ਹਾਂ। ਪੋਲੀਟੀਕਲ ਡਿਫੈਕਸ਼ਨ ਹੈ, ਫਿਰ ਆਪਣਾ 10th ਸ਼ਡਿਊਲ ਆ ਜਾਂਦਾ ਇਹਦੇ ਵਿੱਚ, ਉਹ ਸਾਰੇ ਕੁਛ ਦੀ ਡਿਸਕਸ਼ਨ ਹੈ। ਹੁਣ ਕਿਵੇਂ ਉਹਦੇ ਵਿੱਚ ਤੁਹਾਨੂੰ ਇਹ ਵੀ ਪੜ੍ਹਨਾ ਹੁੰਦਾ ਡਿਫੈਕਸ਼ਨ ਵੀ ਕਿਵੇਂ ਫਰੀਡਮ ਆਫ ਥੋਟ ਦੇ ਨਾਲ ਅਤੇ ਐਕਸ਼ਨ ਨਾਲ ਇਹਨੂੰ ਬੈਲੈਂਸ ਕੀਤਾ ਜਾਂਦਾ ਵੀ ਜਿਵੇਂ ਆਪਣੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਵਿਪਸ ਯੂਜ਼ ਕਰ ਲੈਂਦੀਆਂ ਨੇ, ਜੇ ਪਾਰਟੀ ਦੇ ਅਗੇਂਸਟ ਤੁਸੀਂ ਕੁਛ ਬੋਲਤਾ ਤਾਂ ਉਹ ਵੀ ਡਿਫੈਕਸ਼ਨ 'ਚ ਕਾਊਂਟ ਹੋ ਜਾਂਦਾ ਹੈ, ਤਾਂ ਉਹਦੀ ਡਿਸਕਸ਼ਨ ਹੈ। ਹੁਣ ਪ੍ਰੈਸ਼ਰ ਗਰੁੱਪਸ 'ਤੇ ਕੁਐਸਚਨ ਹੈ। ਪ੍ਰੈਸ਼ਰ ਗਰੁੱਪਸ ਤਾਂ ਸਿੱਧਾ ਆਪਣੇ ਸਿਲੇਬਸ ਦੇ ਵਿੱਚ ਲਿਖਿਆ ਹੋਇਆ ਰੋਲ ਇਹਨਾਂ ਦਾ ਕੀ ਹੋਊਗਾ, ਹਾਊ ਦੇ ਮੇਕ ਡੈਮੋਕ੍ਰੇਸੀ ਵਾਈਬਰੈਂਟ। ਹੁਣ ਪ੍ਰੈਸ਼ਰ ਗਰੁੱਪਸ ਤਾਂ ਅੱਜ ਵੀ ਕੁਐਸਚਨ ਪੁੱਛਿਆ ਜਾ ਸਕਦਾ, ਕਿਉਂ? ਫਾਰਮਰ ਗਰੁੱਪਸ ਆਪਣੇ ਕੀ ਨੇ? ਪ੍ਰੈਸ਼ਰ ਗਰੁੱਪਸ ਹੀ ਨੇ, ਜਾਂ ਜਿਹੜੇ ਆਪਣੇ ਇੰਡਸਟਰੀਅਲਿਸਟ ਨੇ ਵੱਡੇ ਉਹ ਕੀ ਨੇ? ਪ੍ਰੈਸ਼ਰ ਗਰੁੱਪਸ ਨੇ। ਕਿਵੇਂ ਉਹ ਆਪਣੀ ਗੌਰਮੈਂਟ ਦੀ ਪੋਲਿਸੀਜ਼ ਨੂੰ ਇਨਫਲੂਐਂਸ ਕਰ ਰਹੇ ਨੇ, ਡੈਮੋਕ੍ਰੇਸੀ ਦੀ ਵਰਕਿੰਗ ਨੂੰ ਕਿਵੇਂ ਹੈਲਪ ਕਰਦੇ ਨੇ, ਕਿਵੇਂ ਅਵੇਅਰਨੈਸ ਕ੍ਰੀਏਟ ਕਰ ਰਹੇ ਨੇ, ਉਹ ਸਭ ਕੁਛ ਆਊਗਾ ਇਹਦੇ ਵਿੱਚ। ਫਿਰ ਜੁਡੀਸ਼ਰੀ 'ਤੇ ਕੁਐਸਚਨ ਰਿਪੀਟ ਹੁੰਦਾ। ਜੁਡੀਸ਼ਰੀ 'ਤੇ ਬੇਸਿਕਲੀ ਦੋ ਤਰੀਕੇ ਦੇ ਕੁਐਸਚਨ ਜ਼ਿਆਦਾ ਬਣਦੇ ਨੇ। ਪਹਿਲਾ ਕੁਐਸਚਨ ਤਾਂ ਇਹ ਬਣਦਾ, ਇਹ ਤਾਂ ਉਸ ਸਾਲ ਦੇ ਕਰੰਟ ਦਾ ਹੀ ਹੈ ਕਿ ਸੁਪਰੀਮ ਕੋਰਟ ਨੂੰ RTI ਦੇ ਅੰਡਰ ਜਿਹੜੇ ਜੱਜਿਸ ਨੇ ਚੀਫ ਜਸਟਿਸ ਨੂੰ ਲੈ ਕੇ ਆਏ ਸੀ। ਹੁਣ ਮੋਸਟਲੀ ਇੱਕ ਕੁਐਸਚਨ ਤਾਂ ਜੁਡੀਸ਼ੀਅਲ ਐਕਟਿਵਿਜ਼ਮ 'ਤੇ ਬਣਦਾ। ਜੁਡੀਸ਼ੀਅਲ ਐਕਟਿਵਿਜ਼ਮ, ਜੁਡੀਸ਼ੀਅਲ ਰਿਸਟ੍ਰੇਂਟ, ਓਵਰ ਰੀਚ, ਇਹ ਆਪਾਂ ਟੌਪਿਕ ਪੜ੍ਹਦੇ ਹਾਂ। ਦੂਸਰਾ ਆਪਣਾ ਬਣ ਜਾਂਦਾ ਜੁਡੀਸ਼ਰੀ ਦੀ ਵਰਕਿੰਗ 'ਤੇ ਕੁਐਸਚਨ, ਜਿਹੜਾ ਇਨ ਜਨਰਲ ਆਉਂਦਾ ਜੁਡੀਸ਼ੀਅਲ ਵਰਕਿੰਗ 'ਤੇ ਜੁਡੀਸ਼ੀਅਲ ਰਿਫੋਰਮਸ 'ਤੇ ਕੁਐਸਚਨ। ਜਿਵੇਂ ਜੁਡੀਸ਼ਰੀ 'ਤੇ ਆਪਣਾ ਕੁਐਸਚਨ ਆ ਸਕਦਾ, ਕੋਰਟ ਇਨੀਸ਼ੀਏਟਿਵ ਹੈ, ਇਹਨਾਂ ਦਾ ਸੁਪੇਸ ਹੈ ਨਾ, ਸੂਵਾਸ ਹੈ, ਇਹ ਜਿਹੜੇ ਬਣੇ ਹੋਏ ਨੇ ਇਨੀਸ਼ੀਏਟਿਵਸ ਨੇ ਉਹ ਆਪਾਂ ਐਗਜ਼ਾਮਪਲ ਦੀ ਤਰ੍ਹਾਂ ਕੋਟ ਕਰ ਸਕਦੇ ਹਾਂ ਇਹਦੇ ਵਿੱਚ। ਜੱਜਿਸ ਅਪੋਇੰਟਿੰਗ ਜੱਜਿਸ ਆਪਾਂ ਡਿਸਕਸ ਕੀਤਾ ਹੋਇਆ। ਅਕਾਊਂਟੇਬਿਲਿਟੀ ਦਾ ਇਸ਼ੂ ਹੈ ਇਹਨਾਂ ਦਾ। ਫਿਰ ਡਿਲੇ ਹੈ ਆਪਣੇ ਕੋਰਟਸ ਦੇ ਵਿੱਚ, ਇਹ ਸਭ ਇਸ਼ੂਜ਼ ਆਪਾਂ ਇਹ 'ਚ ਡਿਸਕਸ ਕਰਨੇ ਨੇ। ਫਿਰ ਗਵਰਨਰ ਦਾ ਇਸ਼ੂ, ਇਹ ਐਵਰਗ੍ਰੀਨ ਇਸ਼ੂ ਹੈ, ਚੱਲਦਾ ਰਹਿੰਦਾ ਹਰ ਵਾਰ, ਇਹ ਤਾਂ ਆਪਾਂ ਪੜ੍ਹਨਾ ਹੀ ਪੜ੍ਹਨਾ ਹੁੰਦਾ ਮੇਨਸਲੀ। ਫਿਰ ਉਸ ਤੋਂ ਬਾਅਦ RPA ਹੈ, ਇਹਨੂੰ ਆਪਾਂ ਇਗਨੋਰ ਕਰ ਦਿੰਦੇ ਹਾਂ। ਇਸ ਕਰਕੇ ਦੇਖੋ ਸਿਲੇਬਸ ਨੂੰ ਵੀ ਐਨਾਲਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਸਮਝਣਾ ਨਹੀਂ। ਸਿਲੇਬਸ ਨੂੰ ਤਾਂ ਯਾਦ ਹੀ ਕਰਨਾ ਹੈ ਤੁਸੀਂ, ਸਿੱਧਾ ਆਪਣਾ ਸਿਲੇਬਸ ਦੇ ਟੌਪਿਕ ਤੋਂ ਹੀ ਕੁਐਸਚਨ ਨੇ। ਜਿਵੇਂ ਹੁਣ RPA ਹੈ, ਰੀਪ੍ਰੈਜ਼ੈਂਟੇਸ਼ਨ ਆਫ ਪੀਪਲਸ ਐਕਟ 'ਤੇ, ਇੱਥੇ ਵੀ ਕੁਐਸਚਨ ਹੈ ਕਿ ਕਿਵੇਂ ਇਫੈਕਟਿਵ ਪ੍ਰੀਵੈਂਸ਼ਨ ਆਫ ਅਗੇਂਸਟ ਕ੍ਰਿਮੀਨਲਾਈਜੇਸ਼ਨ ਹੈ। ਡਿਸਕੁਆਲੀਫਿਕੇਸ਼ਨ 'ਤੇ ਹੈ। ਫਿਰ ਉਹ ਤੋਂ ਬਾਅਦ ਲਿਲੀ ਥੋਮਸ ਕੇਸ ਪੜ੍ਹਦੇ ਹਾਂ ਆਪਾਂ, ਉਹ ਕਿਵੇਂ ਇਹਦੇ ਨਾਲ ਲਿੰਕਡ ਨੇ। ਤਾਂ ਇਹ ਛੋਟੇ ਜਿਹੇ ਟੌਪਿਕ ਨੇ, ਲੇਕਿਨ ਜੇ ਤੁਸੀਂ ਪ੍ਰੀਪੇਅਰ ਕਰ ਲਓਗੇ ਤਾਂ ਤੁਹਾਡੇ 15-20 ਨੰਬਰ ਦੇਖੋ ਸਿਕਿਉਰ ਨੇ ਜੇ ਕੁਐਸਚਨ ਆ ਜੇ। ਫਿਰ ਇਹ ਬੋਡੀਜ਼ 'ਤੇ ਕੁਐਸਚਨ ਹੈ। ਇਲੈਕਸ਼ਨ ਕਮਿਸ਼ਨ ਦਾ 2 ਵਾਰ ਕੁਐਸਚਨ ਆਇਆ ਹੋਇਆ, ਇੱਕ ਵਾਰ EVM 'ਤੇ ਆਇਆ ਹੋਇਆ, ਇੱਕ ਵਾਰ ਉਹਨਾਂ ਦੀ ਇੰਡੀਪੈਂਡੈਂਸ ਐਂਡ ਫਰੀ ਐਂਡ ਫੇਅਰ ਇਲੈਕਸ਼ਨਸ 'ਤੇ ਹੈ। ਇਹ ਇਸ ਵਾਰ ਵੀ ਆ ਸਕਦਾ ਜੇ ਦੁਬਾਰਾ, ਕਿਉਂਕਿ ਇਸ ਟਾਈਮ ਇਲੈਕਸ਼ਨਸ ਹੋ ਕੇ ਹਟੇ ਨੇ ਤਾਂ ਇਲੈਕਸ਼ਨ ਕਮਿਸ਼ਨ ਦਾ ਕੁਐਸਚਨ ਆਉਣਾ ਕਾਫੀ ਪ੍ਰੋਬੇਬਲ ਹੈ। ਫਿਰ CAG 'ਤੇ ਕੁਐਸਚਨ ਚੱਲਦਾ ਹੈ। ਫਿਰ ਉਸ ਤੋਂ ਬਾਅਦ ਸਾਈਮਲਟੇਨੀਅਸ ਇਲੈਕਸ਼ਨ, ਵਨ ਨੇਸ਼ਨ ਵਨ ਇਲੈਕਸ਼ਨ ਤਾਂ ਹੁਣ ਵੀ ਬਹੁਤ ਚੱਲ ਰਹੀ ਹੈ ਨਿਊਜ਼ ਵਿੱਚ, ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਆਪਣੇ ਕੋਲ ਹੋ ਜਾਂਦਾ ਜਿਹੜਾ ਕੁਐਸਚਨ ਆਪਾਂ ਪ੍ਰੀਪੇਅਰ ਕਰਕੇ ਜਾਣਾ। CAG ਦੀ ਅਕਾਊਂਟੇਬਿਲਿਟੀ ਹੈ ਕਿ ਫਿਸਕਲ ਕਿਵੇਂ ਇਹ ਚੈੱਕ ਰੱਖਦਾ। ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ। ਹੁਣ ਕਈ ਵਾਰ ਆਪਾਂ ਸਿਲੇਬਸ ਦੇ ਕੁਛ ਟੌਪਿਕਸ ਨੇ ਉਹ ਇਗਨੋਰ ਕਰ ਦਿੰਦੇ। ਮੈਂ ਤੁਹਾਨੂੰ ਸਿੱਧਾ ਦਿਖਾਉਂਦਾ ਕਿ ਕਿਵੇਂ ਹੁਣ ਆਪਾਂ ਗਈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ 'ਤੇ ਕੁਐਸਚਨ ਕਿੱਧਰੋਂ ਆ ਗਿਆ। ਇਹ ਕ੍ਰੈਡੀਬਿਲਿਟੀ, ਟਰਸਟ, ਬਰੋਡ ਜਿਹਾ ਕੁਐਸਚਨ ਹੈ, ਲੇਕਿਨ ਜੇ ਤੁਸੀਂ ਸਿਲੇਬਸ ਨੂੰ ਪਿੱਛੇ ਜਾ ਕੇ ਮੈਂ ਤੁਹਾਨੂੰ ਦਿਖਾਵਾਂ, ਸਿੱਧਾ ਸਿਲੇਬਸ ਦਾ ਟੌਪਿਕ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ। ਜੇ ਹੁਣ ਤੁਹਾਨੂੰ ਟੌਪਿਕ ਵੀ ਪਤਾ ਹੈ ਨਾ ਕਿ ਇਹ 'ਚ ਪੰਚਾਇਤੀ ਰਾਜ ਹੈ, ਅਰਬਨ ਲੋਕਲ ਬੋਡੀਜ਼ ਹੈ, ਤਾਂ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਕੁਐਸਚਨ ਲਿਖ ਸਕਦੇ ਹੋ। ਹੁਣ ਫੈਕਟਰਸ ਕੀ ਸੀਗੇ, 73rd ਆਪਣੀ ਪੰਚਾਇਤੀ ਰਾਜ 'ਤੇ ਕੁਐਸਚਨ ਆ ਗਿਆ। NDC 'ਤੇ ਕੁਐਸਚਨ ਸੀਗਾ। ਇਹ NDC ਦਾ ਚਲੋ ਹੁਣ ਖੈਰ ਹੈ ਹੀ ਨਹੀਂ, ਇਹਦੀ ਜਗ੍ਹਾ 'ਤੇ ਆਪਣਾ ਨੀਤੀ ਆਯੋਗ ਆ ਗਿਆ ਹੋਇਆ। ਪਲੈਨਿੰਗ ਕਮਿਸ਼ਨ ਦੇ ਨਾਲ ਹੁੰਦਾ ਸੀ NDC, ਤਾਂ ਇਹ ਤਾਂ 2013 ਦਾ ਬਹੁਤ ਪੁਰਾਣਾ ਕੁਐਸਚਨ ਹੈ ਅਤੇ ਇਹਦੀ ਇੰਨੀ ਰੈਲੇਵੈਂਸ ਨਹੀਂ ਹੈ। ਹੁਣ ਆਰਟੀਕਲ 370 'ਤੇ ਦੇਖੋ ਕੁਐਸਚਨ ਹੈ, 2013 ਸੀਗਾ, ਹੁਣ ਇਹ ਹਟ ਗਿਆ, ਤਾਂ ਇਹਦੀ ਵੀ ਇੰਨੀ ਰੈਲੇਵੈਂਸ ਨਹੀਂ ਹੈਗੀ। ਹੁਣ ਡਿਫਰੈਂਟ ਟਾਈਪ ਆਫ ਕੁਐਸਚਨਸ ਬਣ ਸਕਦੇ ਨੇ। ਤਾਂ ਹੁਣ ਇਹ ਤੋਂ ਆਪਣੀ ਲਰਨਿੰਗ ਕੀ ਸੀਗੀ, ਆਪਾਂ ਨੂੰ ਇਹ ਪਤਾ ਲੱਗਿਆ ਕਿ GS2 ਦਾ ਜਿਹੜਾ ਪੋਲਿਟੀ ਦਾ ਸੈਕਸ਼ਨ ਹੈ ਨਾ, ਇਹ ਕਾਫੀ ਜ਼ਿਆਦਾ ਨੌਲੇਜ ਡਿਮਾਂਡ ਕਰਦਾ ਜੇ ਤੁਸੀਂ ਆਨਸਰ ਲਿਖਣਾ। ਇਹ ਕੋਈ ਸਟੈਂਡਰਡ ਬੁੱਕ ਵਗੈਰਾ ਸਿੱਧਾ ਪੜ੍ਹਨ ਨਾਲ ਨਹੀਂ, ਜਿੰਨੀ ਤੁਸੀਂ PYQ ਅਤੇ ਆਨਸਰ ਐਨਾਲਿਸਿਸ ਕਰੋਗੇ ਨਾ, ਓਨੀ ਵੱਧ ਤੁਹਾਡੀ ਨੌਲੇਜ ਵਧੂਗੀ ਕਿ ਕਿਵੇਂ ਦੇ ਕੁਐਸਚਨ ਆਉਂਦੇ ਨੇ, ਕਿਵੇਂ ਦਾ ਤੁਹਾਨੂੰ ਆਨਸਰ ਹੁੰਦੇ ਨੇ। ਉਹ ਸਿੱਧਾ ਹੁਣ ਦੇਖੋ ਇੰਨਾ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਸਿੱਧਾ ਲਕਸ਼ਮੀਕਾਂਤ ਪੜ੍ਹ ਕੇ ਜਾਂ ਕੋਈ ਤੁਸੀਂ ਆਪਣੇ ਨੋਟਸ ਰੈਫਰ ਕਰ ਲਏ ਕੁਛ ਨਹੀਂ, ਉਹਨਾਂ ਤੋਂ ਸਿੱਧੇ ਆਨਸਰ ਨਹੀਂ ਹੁੰਦੇ। ਦਿਮਾਗ ਲਾਉਣਾ ਪਊਗਾ ਇਹ ਕੁਐਸਚਨਸ 'ਤੇ ਤੁਹਾਨੂੰ।